ਡੇਲੀ ਪੋਸਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਸ਼ਰਮਾ ਸਵਾਗਤ ਕਰਦਾ ਹਾਂ। ਜਲੰਧਰ ਦੇ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਨੇ। ਕੱਲ ਤੱਕ ਜੇ ਦੇਖਿਆ ਜਾਵੇ ਸਵੇਰ ਤੱਕ ਤੇ ਮਾਮਲੇ ਸਿਰਫ 60 ਦੇ ਕਰੀਬ ਹੀ ਨਹੀਂ ਸਨ ਤੇ ਅੱਜ 63 ਮਾਮਲੇ ਹੋ ਚੁੱਕੇ ਨੇ। ਤੇ ਤੁਹਾਨੂੰ ਦੱਸ ਦਈਏ ਕਿ ਜਲੰਧਰ ਵਿੱਚ ਮਾਮਲੇ ਵਧਣ ਦਾ ਕਾਰਨ ਇੱਕੋ ਹੀ ਰਿਹਾ ਹੈ ਕਿ ਸੋਸ਼ਲ ਡਿਸਟੈਂਸ ਦਾ ਧਿਆਨ ਨਾ ਰੱਖਣਾ, ਇੱਕ ਦੂਜੇ ਸੰਪਰਕ ਵਿੱਚ ਆਉਣਾ ਹੀ ਇਸ ਕਰੋਨਾ ਵਾਇਰਸ ਦੇ ਵਧਣ ਦਾ ਕਾਰਨ ਰਿਹਾ ਹੈ। ਸਾਡੇ ਨਾਲ ਨੇ ਡਾਕਟਰ ਐਸ.ਸੀ. ਸ਼ਰਮਾ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹ ਕਰੋਨਾ ਵਾਇਰਸ ਦੇ ਵਿੱਚ ਕਾਬੂ ਪਾਉਣ ਵਾਸਤੇ ਇਹਦੇ 'ਤੇ ਕਿਸ ਤਰ੍ਹਾਂ ਦੇ ਅਹਿਤਿਆਤ ਵਰਤਣੇ ਚਾਹੀਦੇ ਨੇ ਤਾਂ ਕਿ ਆਮ ਲੋਕ ਜੋ ਕਿ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਰੱਖਦੇ, ਮਾਸਕ ਨਹੀਂ ਪਾ ਰਹੇ ਜਾਂ ਫਿਰ ਗਲਵਜ਼ ਦਾ ਇਸਤੇਮਾਲ ਨਹੀਂ ਕਰ ਰਹੇ ਤੇ ਸੜਕਾਂ ਉੱਤੇ ਸ਼ਰੇਆਮ ਘੁੰਮਦੇ ਨਜ਼ਰ ਆ ਰਹੇ ਨੇ, ਇਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ। ਹਾਲਾਂਕਿ ਪ੍ਰਸ਼ਾਸਨ ਆਪਣੇ ਵੱਲੋਂ ਇਹਨੂੰ ਲੋਕਾਂ ਨੂੰ ਬਚਾਉਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਤੇ ਨਾਲ ਦੇ ਨਾਲ ਦਿਸ਼ਾ ਨਿਰਦੇਸ਼ ਵੀ ਜਾਰੀ ਕਰਦਾ ਹੈ, ਪਰ ਅਸੀਂ ਡਾਕਟਰ ਸਾਹਿਬ ਕੋਲੋਂ ਜਾਣਾਂਗੇ ਕਿ ਇਹ ਕਿਸ ਤਰ੍ਹਾਂ ਦੇ ਸੁਝਾਅ ਆਪਣੇ ਵੱਲੋਂ ਦੇਣਗੇ ਤਾਂ ਕਿ ਇਸ ਕਰੋਨਾ ਵਾਇਰਸ ਨੂੰ ਜਲੰਧਰ ਵਿੱਚ ਹੋਰ ਨਾ ਫੈਲਾਇਆ ਜਾ ਸਕੇ। ਲੋਕ ਜੋ ਇਸ ਸੰਪਰਕ ਵਿੱਚ ਨੇ ਉਹ ਕਿਸ ਤਰ੍ਹਾਂ ਆਪਣਾ ਡਿਸਟੈਂਸ ਬਣਾ ਕੇ ਰੱਖਣ। ਡਾਕਟਰ ਸਾਹਿਬ, ਤੁਹਾਡੇ ਤੋਂ ਜਾਣਾਂਗੇ ਕਿ ਇਹ ਕਿਸ ਤਰ੍ਹਾਂ ਦਾ ਵਾਇਰਸ ਹੈ ਤੇ ਇਹਦੇ ਸਿੰਪਟਮ ਕਈਆਂ ਤੇ ਨਜ਼ਰ ਆਉਂਦੇ ਤੇ ਕਈਆਂ ਤੇ ਨਜ਼ਰ ਨਹੀਂ ਆਉਂਦੇ, ਤੇ ਤੁਸੀਂ ਇਹ 'ਤੇ ਕੀ ਕਹਿਣਾ ਚਾਹੁੰਦੇ ਹੋ? ਨਮਸਕਾਰ। ਦੇਖੋ, ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਸਿੰਪਟਮਲੈਸ ਵੀ ਹੈਗੇ ਨੇ, ਲੇਕਿਨ ਸਾਡੇ ਕੋਲ ਉਹਨੂੰ ਪਛਾਣਨ ਦੇ ਜੋ ਲੱਛਣ ਹੈ, ਗਲੇ 'ਚ ਖਾਰਿਸ਼ ਹੋਣਾ, ਖਾਂਸੀ ਹੋਣਾ, ਬੁਖਾਰ ਹੋਣਾ, ਇਹ ਅਮੂਮਨ ਸਾਰਿਆਂ ਵਿੱਚ ਪੇਸ਼ੈਂਟ 'ਚ ਆਉਂਦਾ ਹੈਗਾ। ਔਰ ਸਮੈਲ ਦਾ, ਟੇਸਟ ਦਾ ਪਤਾ ਲੱਗਣਾ, ਘਟ ਜਾਣਾ, ਕਈਆਂ ਨੂੰ ਪੇਟ ਦੀ ਪ੍ਰੋਬਲਮਸ ਆਉਣਾ, ਇਹ ਮੋਟੇ ਤੌਰ 'ਤੇ ਲੱਛਣ ਨੇ। ਅਤੇ ਜੇ ਕੋਈ ਸਾਨੂੰ ਇੱਦਾਂ ਦਾ ਸਸਪੈਕਟਡ ਪੇਸ਼ੈਂਟ ਮਿਲਦਾ ਤਾਂ ਅਸੀਂ ਉਹਨੂੰ ਐਡਵਾਈਜ਼ ਕਰਾਂਗੇ ਕਿ ਉਹ ਅਥਾਰਟੀਜ਼ ਕੋਲ ਜਾਣ, ਸਿਵਲ ਹਸਪੀਟਲ ਜਾ ਕੇ ਉਹਦਾ ਟੈਸਟ ਕਰਵਾ ਕੇ ਉਹਦਾ ਕੰਮ ਕਰਨ। ਬਾਕੀ ਆਮ ਸ਼ਹਿਰੀ ਦੇ ਤੌਰ 'ਤੇ ਸਾਡੇ ਸਾਰਿਆਂ ਦੇ ਫਰਜ਼ ਬਣਦਾ ਕਿ ਸੋਸ਼ਲ ਡਿਸਟੈਂਸਿੰਗ ਹੀ ਫਿਲਹਾਲ ਸਾਡੇ ਕੋਲ ਸਾਧਨ ਹੈ, ਹੋਰ ਕੋਈ ਮੈਡੀਸਨ ਅਵੇਲੇਬਲ ਨਹੀਂ ਹੈਗੀ। ਜਿੰਨੇ ਸਲਮ ਏਰੀਆਜ਼ ਨੇ ਇੱਥੇ ਮੇਰੇ ਨੇੜੇ ਤੇੜੇ ਵੀ ਮੈਂ ਦੇਖ ਰਿਹਾ ਕਿ ਪਬਲਿਕ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈ ਰਹੀ ਔਰ ਉਹ ਡਿਸਟੈਂਸ ਜਿਹੜੀ ਹੈ ਉਹ ਨਹੀਂ ਬਣਾ ਕੇ ਰੱਖਦੇ। ਝੁੰਡਾਂ ਦੇ ਝੁੰਡ ਬਣਾ ਕੇ ਇੱਧਰ ਉੱਧਰ ਖੜੇ ਹੁੰਦੇ ਆ, ਨਾਟ ਫਾਰ ਐਨੀ ਪਰਪਸ, ਜਸਟ ਫਨ ਸੇਕ, ਜਿਹਦਾ ਕਿ ਅਲਟੀਮੇਟਲੀ ਫਿਰ ਸਾਨੂੰ ਸਾਰਿਆਂ ਨੂੰ ਖਾਮਿਆਜ਼ਾ ਪੂਰੀ ਸੁਸਾਇਟੀ ਨੂੰ ਭੁਗਤਣਾ ਪੈਂਦਾ ਹੈ। ਸੋ ਮੇਰੀ ਸਾਰਿਆਂ ਅੱਗੇ ਇਹੋ ਹੀ ਬੇਨਤੀ ਹੈ ਕਿ ਇਹ ਕੋਈ ਕਿਸੇ ਜੁਰਮ ਵਾਸਤੇ ਨਹੀਂ ਹੈ, ਇਹ ਸਾਡੇ ਸਾਰਿਆਂ ਦੀ ਭਲਾਈ ਵਾਸਤੇ ਹੈ ਕਿ ਅਸੀਂ ਆਪਸ 'ਚ ਦੂਰੀ ਬਣਾ ਕੇ ਰੱਖੀਏ ਔਰ ਇਹਦੇ ਨਾਲ ਹੀ ਅਸੀਂ ਬਚ ਸਕਾਂਗੇ, ਸਾਡੇ ਪਰਿਵਾਰ ਦੇ ਮੈਂਬਰ ਬਚ ਸਕਣਗੇ, ਸਾਡੇ ਮਹੱਲੇ ਦੇ, ਸਾਡੇ ਸ਼ਹਿਰ ਦੇ, ਸਾਡੇ ਦੇਸ਼ ਦੇ। ਧੰਨਵਾਦ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਹਾਡੇ ਕੋਲ ਤੁਸੀਂ ਹਸਪੀਟਲ ਰਨ ਕਰਦੇ ਹੋ, ਤੁਹਾਡੇ ਕੋਲ ਓਪੀਡੀ ਦੇ ਵਿੱਚ ਕਈ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਹੋਣਗੇ, ਕਈ ਇਸ ਤਰ੍ਹਾਂ ਦੇ ਬੁਖਾਰ ਦੇ ਵੀ, ਨਜ਼ਲਾ ਜ਼ੁਕਾਮ ਅਤੇ ਖਾਂਸੀ ਦੇ ਵੀ ਪੇਸ਼ੈਂਟ ਆਉਂਦੇ ਹੋਣਗੇ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਟਰੀਟ ਕਰਦੇ ਹੋ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਮੇਰੇ ਕੋਲ ਅੰਦਰ ਬੈਠਿਆਂ ਵੀ ਅਸੀਂ ਦੂਰੀ ਬਣਾ ਕੇ ਰੱਖਦੇ ਹਾਂ। ਨੰਬਰ 2, ਇੱਕ ਟਾਈਮ 'ਤੇ ਮੈਂ ਇੱਕ ਪੇਸ਼ੈਂਟ ਨੂੰ ਅਟੈਂਡ ਕਰ ਰਿਹਾ ਅਤੇ ਦੂਸਰੇ ਪੇਸ਼ੈਂਟ ਨੂੰ ਕਹਿਣਾ ਤੂੰ ਬਾਹਰ ਰੁਕ ਜਾ, ਪਹਿਲਾਂ ਮੈਂ ਇਹਨਾਂ ਨੂੰ ਅਟੈਂਡ ਕਰ ਲੈਣਾ, ਉਸ ਤੋਂ ਬਾਅਦ ਮੈਂ ਦੂਸਰੇ ਨੂੰ ਅਟੈਂਡ ਕਰਾਂਗਾ। ਇਸ ਤਰੀਕੇ ਨਾਲ ਜਿੱਥੇ ਵੀ ਲੋੜ ਪੈਂਦੀ ਹੈ ਡਿਸਟੈਂਸਿੰਗ ਬਣਾ ਕੇ ਰੱਖਣਾ ਇੱਕ ਜ਼ਰੂਰੀ ਹੈ। ਔਰ ਜੋ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸੀਆਂ ਉਹ ਸਭ ਐਡਵਾਈਸ ਜਿਹੜੀ ਕੋਈ ਉਹਦੇ ਨਾਲ ਕੰਸਰਨਡ ਹੁੰਦੀ ਹੈ, ਜੋ ਕੋਈ ਇਸ ਤਰ੍ਹਾਂ ਦਾ ਸ਼ੱਕੀ ਮਰੀਜ਼ ਲੱਗਦਾ ਤਾਂ ਉਹਨੂੰ ਅਸੀਂ ਗਾਈਡ ਕਰਦੇ ਹਾਂ। ਅਤੇ ਡਾਕਟਰ ਸਾਹਿਬ, ਕਿਸੇ ਵੇਲੇ ਇਹ ਵੀ ਹੋ ਜਾਂਦਾ ਕਿ ਕਿਸੇ ਵੇਲੇ ਸਾਡੇ ਕੋਲ ਖਾਂਸੀ ਜ਼ੁਕਾਮ ਵਾਲਾ ਪੇਸ਼ੈਂਟ ਆ ਜਾਂਦਾ ਅਤੇ ਸਰਕਾਰੀ ਹਦਾਇਤਾਂ ਨੇ ਕਿ ਉਹਨਾਂ ਨੂੰ ਤੁਸੀਂ ਸਿਵਲ ਹਸਪੀਟਲ ਤੱਕ ਪਹੁੰਚਾਉਣਾ ਵੀ ਹੈ, ਭਾਵੇਂ ਐਂਬੂਲੈਂਸ ਦਾ ਇੰਤਜ਼ਾਮ ਆਪਣੇ ਕੋਲੋਂ ਕੀਤਾ ਜਾਵੇ। ਅਤੇ ਜਨ ਹਿੱਤ ਵਾਸਤੇ ਇਹ ਬਹੁਤ ਜ਼ਰੂਰੀ ਵੀ ਹੈ, ਇੱਕ ਸੋਸ਼ਲ ਸਾਡਾ ਕਰਤੱਵਯ ਵੀ ਬਣਦਾ ਹੈਗਾ, ਪਰ ਕਿਸੇ ਵੇਲੇ ਇਸ ਤਰ੍ਹਾਂ ਹੋ ਜਾਂਦਾ ਕਿ ਇਹ ਸਾਰੀਆਂ ਸੁਵਿਧਾਵਾਂ ਮੁਹੱਈਆ ਨਹੀਂ ਹੁੰਦੀਆਂ ਅਤੇ ਉਸ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕਰੋ ਜਿਸ ਵੇਲੇ ਇਸ ਤਰ੍ਹਾਂ ਕੋਈ ਪੇਸ਼ੈਂਟ ਆ ਜਾਂਦਾ ਤੁਹਾਡੇ ਕੋਲ? ਦੇਖੋ ਜੀ, ਫਿਲਹਾਲ ਤਾਂ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਪੇਸ਼ੈਂਟ ਨਹੀਂ ਆਇਆ। ਸਿੰਪਟਮਸ ਮਿਲਦੇ ਜੁਲਦੇ ਆ, ਦੂਸਰੀਆਂ ਵਾਇਰਲ ਫੀਵਰਸ ਵੀ ਹੁੰਦੇ ਆ, ਇਨਫੈਕਸ਼ਨਸ ਹੁੰਦੇ ਆ, ਉਹਨਾਂ ਨਾਲ ਵੀ ਇਸ ਤਰ੍ਹਾਂ ਦੇ ਹੁੰਦੇ ਆ। ਲੇਕਿਨ ਜੋ ਮੇਰੇ ਦਿਮਾਗ 'ਚ ਪਲੈਨਿੰਗ ਹੈ, ਜੇ ਕਿਤੇ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਤਾਂ ਮੈਂ ਇਹੀ ਕਹਾਂਗਾ ਉਹਨੂੰ ਕਿ ਤੁਸੀਂ ਆਪਣੀ ਚਾਹੇ ਪ੍ਰਾਈਵੇਟ ਵਹੀਕਲ ਕਰਕੇ ਜਾਂ ਤੁਸੀਂ ਗਵਰਨਮੈਂਟ ਦੇ ਕੰਟਰੋਲ ਰੂਮ 'ਤੇ ਫੋਨ ਕਰਕੇ 108 ਦੀ ਐਂਬੂਲੈਂਸ ਬੁਲਾ ਕੇ ਤੁਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰੋ, ਕਿਉਂਕਿ ਮੇਰੇ ਕੋਲ ਆਪਣੇ ਕੋਲ ਨਿੱਜੀ ਅਤੇ ਐਂਬੂਲੈਂਸ ਨਹੀਂ ਹੈ ਜਿਹੜੀ ਕਿ ਮੈਂ ਮੁਹੱਈਆ ਕਰਾ ਸਕਾਂ। ਅਤੇ ਡਾਕਟਰ ਸਾਹਿਬ, ਕਈ ਵੈਸੇ ਲਗਾਤਾਰ ਜਲੰਧਰ ਦੇ ਮਾਮਲੇ ਵਧਣ ਦੇ ਨਾਲ ਇਹ ਲੋਕ ਬੜੇ ਪੈਨਿਕ ਹੋਏ ਪਏ ਨੇ, ਉਹਨਾਂ ਦੇ ਦਿਲ ਵਿੱਚ ਘਬਰਾਹਟ ਭੈਭੀਤ ਵੀ ਨੇ। ਡਾਕਟਰ ਸਾਹਿਬ, ਲੋਕ ਇਸ ਕਰਕੇ ਕਿ ਉਹਨਾਂ ਨੂੰ ਕਿਤੇ ਕਰੋਨਾ ਨਾ ਹੋਇਆ ਹੋਵੇ। ਤੁਹਾਡੇ ਕੋਲ ਇਸ ਤਰ੍ਹਾਂ ਕਈ ਪੇਸ਼ੈਂਟ ਆਉਂਦੇ ਹੋਣਗੇ, ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਐਡਵਾਈਸ ਦਿੰਦੇ ਹੋ ਕਿ ਕਿੱਦਾਂ ਆਪਣੀ ਇਮਿਊਨਿਟੀ ਸਿਸਟਮ ਨੂੰ ਠੀਕ ਰੱਖਣ? ਹੋ ਦੇਖੋ, ਇਸ ਵੇਲੇ ਵਕਤ ਘਬਰਾਉਣ ਦਾ ਨਹੀਂ ਹੈ, ਸੂਝਵਾਨ ਬਣਨ ਦਾ ਹੈਗਾ। ਠੀਕ ਹੈ, ਜੇ ਅਸੀਂ ਆਪਣੀ ਪ੍ਰੋਪਰ ਡਿਸਟੈਂਸਿੰਗ ਬਣਾ ਕੇ ਰੱਖਾਂਗੇ, ਪ੍ਰੀਕਾਸ਼ਨਸ ਲੈ ਕੇ ਰੱਖਾਂਗੇ, ਹੈਲਥ ਨੂੰ ਮੇਨਟੇਨ ਕਰਕੇ ਰੱਖਾਂਗੇ ਤੇ ਫਿਰ ਨਹੀਂ ਇੱਦਾਂ ਹੁੰਦਾ। ਇੱਕ ਸਿੱਧੀ ਜਿਹਾ ਫਾਰਮੂਲਾ ਹੈ ਕਿ ਕਰੋਨਾ ਨੇ ਉੜ ਕੇ ਸਾਡੇ ਘਰ ਨਹੀਂ ਆਉਣਾ, ਅਸੀਂ ਬਾਹਰੋਂ ਕਰੋਨਾ ਨੂੰ ਲੈ ਕੇ ਘਰ ਆਵਾਂਗੇ, ਅਸੀਂ ਬਾਹਰੋਂ ਕਰੋਨਾ ਨਹੀਂ ਲੈ ਕੇ ਆਉਣਾ। ਬਸ
ਫਿਰ ਕੁਝ ਨਹੀਂ ਹੋਣ ਵਾਲਾ। ਡਾਕਟਰ ਸਾਹਿਬ ਇੱਕ ਗੱਲ ਹੋਰ ਹੈਗੀ ਕਿ ਵਾਕਈ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਰੋਨਾ ਬਾਹਰੋਂ ਹੀ, ਜੇ ਅਸੀਂ ਘਰੋਂ ਬਾਹਰ ਨਿਕਲਾਂਗੇ ਤਾਂ ਕਰੋਨਾ ਸਾਨੂੰ ਪਕੜੇਗਾ ਤੇ ਅਸੀਂ ਉਹਦੀ ਪਕੜ ਦੇ ਵਿੱਚ ਆਵਾਂਗੇ। ਜੇ ਘਰ ਦੇ ਵਿੱਚ ਰਵਾਂਗੇ ਤੇ ਸਾਡੇ ਤੇ ਕਰੋਨਾ ਦਾ ਕੋਈ ਅਸਰ ਹੋਣ ਵਾਲਾ ਨਹੀਂ ਹੈ। ਪਰ ਫਿਰ ਵੀ ਕਿਸੇ ਵੇਲੇ ਕੋਈ ਇਸ ਤਰ੍ਹਾਂ ਦੀ ਮਜਬੂਰੀਆਂ ਹੋ ਜਾਂਦੀਆਂ, ਲੋਕ ਘਰਾਂ ਚੋਂ ਬਾਹਰ ਨਿਕਲਦੇ ਨੇ। ਤੁਸੀਂ ਵੀ ਦੇਖਦੇ ਹੋਗੇ ਕਿ ਇਸ ਏਰੀਆ ਦੇ ਵਿੱਚ ਵੀ ਲੋਕ ਭਾਵੇਂ ਸੀਲ ਕੀਤੇ ਹੋਏ ਏਰੀਆ, ਪਰ ਸੀਲ ਤੋਂ ਬਾਵਜੂਦ ਵੀ ਲੋਕ ਗਰੁੱਪਿੰਗ ਦੇ ਵਿੱਚ ਅੰਦਰ ਬੈਠਦੇ ਨੇ, ਤੇ ਉਹ ਫਿਰ ਕਿੰਨਾ ਕੁ ਬਚ ਸਕਦੇ ਨੇ ਇਸ ਬਿਮਾਰੀ ਤੋਂ? ਦੇਖੋ, ਇਹ ਸਰਾਸਰ ਬਿਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਹੈ। ਸਾਨੂੰ ਸਾਰਿਆਂ ਨੂੰ ਇਸ ਚੀਜ਼ ਵੱਲ ਖਿਆਲ ਰੱਖਣਾ ਚਾਹੀਦਾ ਹੈ। ਇਹ ਗਲਤ ਗੱਲ ਹੈ ਜਿਹੜੇ ਅਸੀਂ ਬਾਹਰੋਂ ਤੇ ਲਿਖਾਵਾ ਕਰੀਏ ਕਿ ਅਸੀਂ ਬੰਦ ਕੀਤਾ ਹੋਇਆ ਤੇ ਅੰਦਰ ਬੈਠ ਕੇ ਅਸੀਂ 10 ਬੰਦੇ ਇਕੱਠੇ ਤਾਸ਼ ਖੇਲਦੇ ਪਏ ਹਾਂ ਜਾਂ ਹੋਰ ਕੁਝ ਕਰ ਰਹੇ ਹਾਂ। ਸੋ ਜਾਂ ਇਹ ਸਭ ਦੀਆਂ ਸਭ ਇਹ ਅਸੀਂ ਆਪਣੇ ਮਨ ਨੂੰ ਭੁਲੇਖੇ 'ਚ ਪਾਉਣ ਵਾਲੀ ਕਰਦੇ ਹਾਂ। ਇਹਨੇ ਕਰੋਨਾ ਨੇ ਅਮੀਰ ਗਰੀਬ ਛੋਟਾ ਵੱਡਾ ਗਲੀ ਮੁਹੱਲਾ ਸ਼ਹਿਰ ਕੁਛ ਨੂੰ ਬਖਸ਼ਣਾ ਨਹੀਂ। ਜੇ ਨੁਕਸਾਨ ਕਰਨਾ ਤੇ ਫਿਰ ਸਾਰਿਆਂ ਨੂੰ ਇਹਨੇ ਕਰ ਦੇਣਾ। ਸੋ ਇਸ ਕਰਕੇ ਇਹੋ ਹੀ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕੀਤੀਆਂ ਜਾਣ। ਇਹੋ ਜਿਹੀਆਂ ਗਲਤੀਆਂ ਦਾ ਖਾਮਿਆਜ਼ਾ ਹੀ ਹਾਲੇ ਸਾਡਾ ਕੰਟਰੀ ਭੁਗਤ ਰਿਹਾ ਹੈਗਾ। ਅਸੀਂ ਜੋ ਵੀ ਦੇਖੀਏ ਬੰਬੇ 'ਚ ਜੋ ਹੋ ਰਿਹਾ ਜਾਂ ਪੂਨੇ 'ਚ ਹੋ ਰਿਹਾ, ਇਹ ਸਾਰਾ ਕੁਝ ਵੀ ਇਸੇ ਕਰਕੇ ਹੋ ਰਿਹਾ। ਸੋ ਸਾਨੂੰ ਇਸ ਚੀਜ਼ ਤੋਂ ਬਚਣ ਦੀ ਲੋੜ ਹੈ। ਇਹ ਕਿਸੇ ਦੇ ਦਿਖਾਉਣ ਵਾਸਤੇ, ਕਿਸੇ ਦੇ ਅਹਿਸਾਨ ਵਾਸਤੇ ਨਹੀਂ ਜਾਂ ਕਿਸੇ ਦੇ ਡਰ ਤੋਂ ਨਹੀਂ, ਸਾਨੂੰ ਖੁਦ ਸਮਝਣ ਦੀ ਲੋੜ ਹੈ ਕਿ ਸਾਡੀ ਭਲਾਈ ਵਾਸਤੇ ਹੈ। ਸੋ ਸਾਨੂੰ ਇਹ ਕੰਮ ਬਿਲਕੁਲ ਇਕੱਠੇ ਹੋਣ ਵਾਲਾ, ਝੁੰਡਾ ਬਣਨ ਵਾਲਾ ਕੰਮ ਗਲਤ ਹੈ। ਔਰ ਬਾਕੀ ਜਿੱਥੇ ਸਾਡੀ ਜ਼ਰੂਰਤ ਹੈ, ਮਜਬੂਰੀ ਹੈ, ਉੱਥੇ ਜਾਣਾ ਹੀ ਹੈ। ਪ੍ਰੋਪਰ ਮਾਸਕ ਪਹਿਨ ਕੇ ਜਾਓ, ਪ੍ਰੋਪਰ ਡਿਸਟੈਂਸ ਬਣਾ ਕੇ ਰੱਖੋ, ਹੱਥਾਂ ਨੂੰ ਬਾਰ-ਬਾਰ ਧੋਵੋ, ਆਪਣੇ ਨੱਕ ਨੂੰ, ਮੂੰਹ ਨੂੰ, ਅੱਖਾਂ ਨੂੰ ਟੱਚ ਕਰਨ ਦੀ ਤੋਂ ਪਹਿਲਾਂ ਡੈਫੀਨਿਟਲੀ ਤੁਸੀਂ ਇਸ ਵੱਲ ਇਨਸ਼ੋਰ ਹੋਵੋ, ਆਪਣੇ ਦਿਮਾਗ 'ਚ ਗੱਲ ਬਿਠਾ ਕੇ ਰੱਖੋ ਵੀ ਮੈਂ ਹੁਣ ਹੱਥ ਬਾਹਰ ਗਿਆ, ਘੁੰਮ ਕੇ ਆਇਆ, ਟੱਚ ਕਿਸੇ ਪਾਸੇ ਹੋਣਗੇ, ਪਹਿਲਾਂ ਮੈਂ ਹੱਥ ਧੋਣੇ ਆ, ਫਿਰ ਮੈਂ ਮਾਸਕ ਉਤਾਰਨਾ, ਫਿਰ ਮੈਂ ਆਪਣੇ ਹੱਥ ਮੂੰਹ ਨੱਕ ਨੂੰ ਟੱਚ ਕਰਨਾ ਹੈਗਾ। ਇਹ ਗੱਲਾਂ ਬਹੁਤ ਜ਼ਰੂਰੀ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਮੈਸੇਜ ਹੈ ਕਿ ਕਰੋਨਾ ਤੋਂ ਡਰਨ ਦੀ ਨਹੀਂ, ਇਹਦੇ ਨਾਲ ਲੜਨ ਦੀ ਲੋੜ ਹੈ। ਉਹ ਵੀ ਲੜਨ ਦੀ ਇਸ ਤਰ੍ਹਾਂ ਕਿ ਘਰ ਦੇ ਵਿੱਚ ਰਿਹਾ ਜਾਵੇ, ਸੇਫ ਰਿਹਾ ਜਾਵੇ। ਪਰ ਡਾਕਟਰ ਸਾਹਿਬ ਤੁਸੀਂ ਆਪਣੇ ਵੱਲੋਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋ? ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੋਕ ਇੰਨੇ ਕਿ ਪੈਨਿਕ ਹੋਏ ਪਏ ਨੇ ਕਿ ਉਹ ਸਮਝ ਨਹੀਂ ਪਾ ਰਹੇ ਕਿ ਅਸੀਂ ਘਰ ਦੇ ਵਿੱਚ ਬੈਠੀਏ ਜਾਂ ਫਿਰ ਘਰੋਂ ਬਾਹਰ ਨਿਕਲੀਏ, ਕਿਉਂਕਿ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਲੋਕਾਂ ਨੂੰ ਘਰਾਂ ਵਿੱਚ ਬੈਠਿਆਂ ਨੂੰ। ਦੇਖੋ, ਜਦੋਂ ਸਾਡੇ ਕੋਲ ਕੋਈ ਹੋਰ ਆਪਸ਼ਨ ਹੋਵੇ ਨਾ ਤੇ ਸਾਨੂੰ ਉਹ ਲੈਣੀ ਚਾਹੀਦੀ ਹੈ। ਜਦੋਂ ਹੋਰ ਆਪਸ਼ਨ ਹੀ ਨਹੀਂ ਤੇ ਫਿਰ ਆਪਾਂ ਨੂੰ ਇਹ ਮੰਨਣਾ ਹੀ ਪਏਗਾ ਕਿ ਸਾਨੂੰ ਜਦ ਤੱਕ ਇਹ ਕੰਟਰੋਲ ਸਥਿਤੀ ਨਹੀਂ ਹੋ ਪਾਉਂਦੀ, ਠੀਕ ਹੈ, ਨੰਬਰਸ ਘਟਦੇ ਨਹੀਂ। ਹੁਣ ਜਲੰਧਰ ਸ਼ਹਿਰ ਤੇ ਸਾਡਾ ਪਹਿਲਾਂ ਹੀ ਬਹੁਤ ਜ਼ਿਆਦਾ ਅੱਗੇ ਆ ਗਿਆ ਹੈ ਤੇ ਅਸੀਂ ਚਾਹਾਂਗੇ, ਪਰਮਾਤਮਾ ਅੱਗੇ ਵੀ ਬੇਨਤੀ ਕਰਾਂਗੇ ਕਿ ਅਸੀਂ ਇਹਨੂੰ ਚੀਜ਼ ਨੂੰ ਕੰਟਰੋਲ ਕਰ ਸਕੀਏ, ਇਹ ਗਿਣਤੀ ਘਟੇ, ਉਸ ਤੋਂ ਬਾਅਦ ਹੀ ਸਾਨੂੰ ਇਹਦੇ ਬਾਰੇ ਸੋਚਣਾ ਪਏਗਾ। ਜੀ ਡਾਕਟਰ ਸਾਹਿਬ, ਇਹ ਤਾਂ ਹੋ ਗਈ ਬਾਕੀ ਲੋਕਾਂ ਦੀ ਗੱਲ, ਜੋ ਕਿ ਲੋਕ ਹੱਲੇ ਵੀ ਕੁਝ ਸਮਝਦੇ ਨੇ ਕਿ ਕੁਝ ਲੋਕ ਨਹੀਂ ਸਮਝ ਪਾ ਰਹੇ ਇਸ ਗੱਲ ਨੂੰ ਕਿ ਉਹ ਪ੍ਰੀਕਾਸ਼ਨ ਵਰਤਣ। ਪਰ ਡਾਕਟਰ ਸਾਹਿਬ, ਤੁਹਾਡੀ ਵੀ ਇੱਕ ਨਿੱਜੀ ਆਪਣੀ ਜ਼ਿੰਦਗੀ ਹੈ, ਉਸ ਨਿੱਜੀ ਜ਼ਿੰਦਗੀ ਵਿੱਚ ਤੁਸੀਂ ਕਿਸ ਤਰ੍ਹਾਂ ਪ੍ਰੀਕਾਸ਼ਨ ਵਰਤਦੇ ਹੋ ਤਾਂ ਕਿ ਤੁਸੀਂ ਆਪ ਵੀ ਬਚੇ ਰਹੋ, ਲੋਕਾਂ ਦੀ ਸੇਵਾ ਵੀ ਕਰ ਸਕੋ, ਮਰੀਜ਼ਾਂ ਦੀ ਸੇਵਾ ਵੀ ਕਰ ਸਕੋ ਤੇ ਪਰਿਵਾਰ ਨੂੰ ਵੀ ਸੁਖਦ ਜੀਵਨ ਦੇ ਸਕੋ ਤਾਂ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਇਸ ਬਿਮਾਰੀ ਦੀ ਚਪੇਟ ਵਿੱਚ ਨਾ ਆਉਣਾ ਪਵੇ? ਦੇਖੋ ਜੀ, ਘਰ ਬੈਠਿਆਂ ਆਪਣੇ ਪਰਿਵਾਰ 'ਚ ਬੈਠਿਆਂ ਤੇ ਸਾਨੂੰ ਕਿਸੇ ਤਰੀਕੇ ਦੀ ਪ੍ਰੀਕਾਸ਼ਨ ਦੀ ਲੋੜ ਇਹੀ ਹੁੰਦੀ ਹੈ ਕਿ ਆਪਣੀ ਹਾਈਜੈਨਿਕ ਮੇਨਟੇਨ ਰੱਖੋ, ਸਾਫ ਸਫਾਈ ਦਾ ਖਿਆਲ ਰੱਖੋ, ਅੱਛੀ ਖੁਰਾਕ ਲਓ ਔਰ ਜਿਹੜਾ ਹੈ ਆਪਣੀ ਐਕਸਰਸਾਈਜ਼ ਜੋ ਸਵੇਰੇ ਉੱਠ ਕੇ ਆਪਾਂ ਕਰ ਸਕਦੇ ਹਾਂ, ਰੂਟੀਨ ਜਿੰਨਾ ਵੀ ਉਹ ਕਰੀਏ, ਠੀਕ ਹੈ। ਔਰ ਜਦੋਂ ਪ੍ਰੋਫੈਸ਼ਨ 'ਤੇ ਵੀ ਆ ਜਾਂਦਾ ਮੈਂ, ਉਸ ਵੇਲੇ ਵੀ ਅਸੀਂ ਪ੍ਰੋਪਰ ਡਿਸਟੈਂਸਿੰਗ, ਸਫਾਈ ਔਰ ਬਾਰ-ਬਾਰ ਹੱਥ ਧੋਣਾ ਔਰ ਪੇਸ਼ੈਂਟਸ ਨੂੰ ਗਾਈਡ ਕਰਨਾ, ਇਹ ਸਾਰੀਆਂ ਗੱਲਾਂ ਦਾ ਖਿਆਲ ਰੱਖਦੇ ਹਾਂ। ਡਾਕਟਰ ਸਾਹਿਬ, ਇੱਕ ਇੱਥੇ ਹੋਰ ਗੱਲ ਇੱਕ ਹੋਰ ਆ ਜਾਂਦੀ ਹੈ ਕਿ ਜਿਵੇਂ ਕਿ ਪਰਿਵਾਰ ਵੀ ਕਹਿੰਦਾ ਕਿ ਸਾਡਾ ਜਿਹੜਾ ਘਰ ਦਾ ਜੀਅ ਹੈ ਉਹ ਬਿਲਕੁਲ ਸੁਰੱਖਿਅਤ ਰਹੇ, ਸਾਰੇ ਘਰ ਦੇ ਵਿੱਚ ਬੈਠੇ ਨੇ, ਪਰ ਤੁਸੀਂ ਡਾਕਟਰ ਹੋਣ ਦੇ ਨਾਤੇ ਫਿਰ ਵੀ ਆ ਕੇ ਲੋਕਾਂ ਨੂੰ ਦੇਖਦੇ ਹੋ, ਪੇਸ਼ੈਂਟ ਦੇਖਦੇ ਹੋ, ਤੇ ਕੀ ਗੱਲ ਤੁਹਾਡੇ ਪਰਿਵਾਰ ਦੇ ਕਹਿੰਦੇ ਨਹੀਂ ਕਿ ਤੁਸੀਂ ਜਾਂਦੇ ਹੋ ਤੇ ਤੁਸੀਂ ਵੀ ਘਰ 'ਚ ਬੈਠ ਜਾਓ? ਜਦ ਤੱਕ ਲੋਕਡਾਊਨ ਹੈ ਸਾਡੇ ਕੋਲ ਇੰਨਾ ਸਰਮਾਇਆ ਹੈ ਕਿ ਅਸੀਂ ਘਰ 'ਚ ਬੈਠ ਕੇ ਆਰਾਮ ਨਾਲ ਖਾ ਸਕਦੇ, ਪਰ ਤੁਸੀਂ ਫਿਰ ਵੀ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹੋ। ਦੇਖੋ, ਇਸ ਵੇਲੇ ਪੈਸੇ ਕਮਾਉਣ ਵਾਸਤੇ ਨਹੀਂ ਘਰੋਂ ਆਇਆ ਜਾਂਦਾ। ਦੇਖੋ, ਇਹ ਬੜੀ ਸਾਫ਼ ਜੀ ਗੱਲ ਹੈ। ਇਹ ਡੈਫੀਨੇਟ ਗੱਲ ਹੈ ਕਿ ਪਰਮਾਤਮਾ ਦੀ ਦਇਆ ਨਾਲ ਇੰਨੇ ਕੁ ਸਾਲਾਂ ਦੇ 40 ਸਾਲ ਦੇ ਕੰਮ ਦੇ ਵਿੱਚ ਇੰਨਾ ਕੁ ਅਰਨ ਕੀਤਾ ਹੁੰਦਾ ਕਿ ਜੇ ਸਾਨੂੰ ਘਰ ਬੈਠ ਕੇ ਵੀ ਖਾਣਾ ਪਏ ਤਾਂ ਖਾ ਸਕਦੇ ਹਾਂ। ਪਰ ਮੇਰਾ ਜੋ ਪੇਸ਼ਾ ਹੈ, ਮੇਰੇ ਕੋਲ ਜਿਹੜਾ ਮੇਰਾ ਪੇਸ਼ੈਂਟ ਮੇਰੇ ਨਾਲ ਜੁੜਿਆ ਹੋਇਆ, ਉਸ ਵਿਸ਼ਵਾਸ ਨਾਲ ਜੁੜਿਆ ਹੋਇਆ, ਉਹ ਆਪਣੀ ਜ਼ਰੂਰਤ ਲਈ ਅੱਜ ਆਉਂਦਾ ਮੇਰੇ ਕੋਲ, ਤੇ ਅੱਜ ਮੈਂ ਕਹਾਂ ਮੈਂ ਘਰ ਬੈਠਾ ਵਾਂ, ਲੁਕ ਜਾਵਾਂ, ਤੇ ਇਹ ਮੈਂ ਫਿਰ ਮੇਰੇ ਲਈ ਇਹ ਵਿਸ਼ਵਾਸਘਾਤ ਹੋਏਗਾ। ਮੈਨੂੰ ਇਹ ਨਹੀਂ ਕਰਨਾ ਚਾਹੀਦਾ। ਉਸ ਪੇਸ਼ੈਂਟ ਦਾ ਮੇਰੇ 'ਤੇ ਵਿਸ਼ਵਾਸ ਬਣਿਆ, ਉਹਦੀ ਉਸ ਔਕੜ ਵਿੱਚ ਮੈਨੂੰ ਪੂਰੀ ਪ੍ਰੀਕਾਸ਼ਨ ਲੈ ਕੇ ਮੈਨੂੰ ਉਹਦੀ ਔਕੜ ਦੇ ਵਿੱਚ ਉਹਦੀ ਹੈਲਪ ਕਰਨੀ ਚਾਹੀਦੀ ਹੈ। ਮੈਂ ਇਹ ਫਰਜ਼ ਪੂਰਾ ਕਰਨ ਵਾਸਤੇ ਆਉਣਾ, ਅਰਨ ਕਰਨ ਵਾਸਤੇ ਨਹੀਂ। ਭਗਵਾਨ ਦੀ ਬਹੁਤ ਦਇਆ ਹੈ, ਮੇਰਾ ਬੇਟਾ ਬਹੂ ਦੋਨੋਂ ਸਪੈਸ਼ਲਿਸਟ ਡਾਕਟਰ ਨੇ ਔਰ ਉਹ ਸਫੀਸ਼ੀਐਂਟ ਸੈਲਰੀ ਅਰਨ ਕਰਦੇ ਆ।
ਇਹੋ ਜਿਹੀ ਕੋਈ ਜ਼ਰੂਰਤ ਨਹੀਂ ਹੈ ਕਿ ਮੈਨੂੰ ਪੈਸੇ ਦੀ ਥੋੜ ਕਰਕੇ ਮੈਂ ਇੱਥੇ ਆਉਣਾ ਵਾਂ। ਮੈਂ ਆਪਣਾ ਫਰਜ਼ ਪੂਰਾ ਕਰਨ ਵਾਸਤੇ ਆਉਣਾ। ਜਿਹੜੀ ਮੇਰੀ ਕੋਈ ਮੇਰੇ ਨਾਲ ਜੁੜਿਆ ਆ, ਮੈਨੂੰ ਪੇਸ਼ੈਂਟ ਘਰੋਂ ਕਾਲ ਕਰਦੇ ਆ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਮੇਰੀ ਪ੍ਰੋਬਲਮ ਹੈ, ਅਤੇ ਮੈਂ ਉਹਨਾਂ ਨੂੰ ਟਾਈਮਿੰਗਸ ਦੱਸਦਾ, ਉਹਦੇ ਮੁਤਾਬਕ ਮੇਰੇ ਕੋਲ ਆਉਂਦੇ ਆ ਔਰ ਮੈਂ ਉਹਨਾਂ ਦੀ ਸੇਵਾ ਕਰਦਾ ਪ੍ਰੋਪਰ ਪੇ ਨਾਲ। ਜੀ ਬਿਲਕੁਲ ਡਾਕਟਰ ਸਾਹਿਬ। ਅਤੇ ਡਾਕਟਰ ਸਾਹਿਬ ਤਾਂ ਇੱਕ ਹੋਰ ਗੱਲ ਕਿ ਹੁਣ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੋ ਅੱਜ ਦੇ ਟਾਈਮ ਦੇ ਵਿੱਚ ਚੱਲਦਾ ਪਿਆ, ਕਿਉਂਕਿ ਅੱਜ ਦੇ ਡੇਟ ਦੇ ਵਿੱਚ 63 ਪੇਸ਼ੈਂਟ ਕਰੋਨਾ ਵਾਇਰਸ ਦੇ ਪੋਜ਼ਿਟਿਵ ਹੋ ਚੁੱਕੇ ਨੇ। ਹਾਲਾਂਕਿ ਪਤਾ ਨਹੀਂ ਕਿੰਨੇ ਹੋਰ ਉਹਨਾਂ ਦੇ ਸੰਪਰਕ ਵਿੱਚ ਆਏ ਹੋਣਗੇ, ਅਤੇ ਉਹਨਾਂ ਜਿਹੜੇ ਹੁਣ ਵੀ ਸੜਕਾਂ ਦੇ ਵਿੱਚ ਸ਼ਰੇਆਮ ਘੁੰਮਦੇ ਪਏ ਲੋਕ ਨੇ, ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ ਤਾਂ ਕਿ ਉਹ ਇਸ ਕਰੋਨਾ ਦੀ ਚੈਨ ਨੂੰ ਤੋੜਨ ਵਿੱਚ ਸਾਰੇ ਸ਼ਹਿਰ ਵਾਸੀ ਕਾਮਯਾਬ ਹੋ ਸਕਣ? ਦੇਖੋ, ਸਰਕਾਰ, ਸਾਡੇ ਪੁਲਿਸ ਬ੍ਰਦਰ ਜਿਹੜੇ ਹੈ ਆਪਣੀ ਰਾਤ ਦਿਨ ਡਿਊਟੀਆਂ ਕਰ ਰਹੇ, ਧੁੱਪ ਦੇ ਵਿੱਚ ਖੜੇ ਹੋ ਕੇ, ਠੀਕ ਹੈ। ਔਰ ਅਸੀਂ ਡਾਕਟਰਸ, ਸਾਡੇ ਡਾਕਟਰ ਸਾਹਿਬਾਨ ਹਸਪੀਟਲਸ ਦੇ ਵਿੱਚ ਬੈਠੇ, ਬਹੁਤ ਸਾਰਾ ਅਸੀਂ ਤੇ ਬਹੁਤ ਪੈਰੀਫਰੀ 'ਤੇ ਛੋਟਾ ਮੋਟਾ ਕਰ ਰਹੇ ਹਾਂ, ਉਹ ਤਾਂ ਆਪਣੀ ਜਾਨ 'ਤੇ ਖੇਲ ਕੇ ਕਰ ਰਹੇ ਨੇ। ਸਾਨੂੰ ਉਹਨਾਂ ਸਾਰਿਆਂ ਨੂੰ ਸਲੂਟ ਕਰਦਾ ਮੈਂ, ਔਰ ਮੈਂ ਉਹਨਾਂ ਦੇ ਬਿਹਾਫ 'ਤੇ, ਆਪਣੇ ਬਿਹਾਫ 'ਤੇ ਹੱਥ ਜੋੜ ਕੇ ਬੇਨਤੀ ਕਰੂੰਗਾ ਸਮਾਜ ਦੇ ਹਰ ਮੈਂਬਰ ਨੂੰ, ਤੁਸੀਂ ਘਰ ਬੈਠ ਕੇ ਸਮਾਜ ਦੀ ਉਨੀ ਹੀ ਸੇਵਾ ਕਰੋਗੇ ਜਿੰਨਾ ਬਾਕੀ ਜਣੇ ਬਾਹਰ ਜਾ ਕੇ ਕਰ ਰਹੇ ਨੇ। ਸੋ ਪਲੀਜ਼, ਜੇ ਕੋਈ ਜ਼ਰੂਰੀ ਕੰਮ ਨਹੀਂ ਤੇ ਨਹੀਂ ਬਾਹਰ ਨਿਕਲੋ। ਦੇਖੋ, ਇਸ ਸ਼ੁਕਲ ਆਪਾਂ ਸਾਰੀ ਉਮਰ ਕਰਦੇ ਵੀ ਰਹੇ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ। ਜੇ ਜੀਵਾਂਗੇ ਤਾਂ ਸਭ ਕੁਝ ਠੀਕ ਰਹੇਗਾ। ਤੁਸੀਂ ਇਹ ਨਾ ਸੋਚੋ ਕਿ ਮੇਰੀ ਇਮਿਊਨਿਟੀ ਠੀਕ ਹੈ, ਘਰ ਬੈਠੇ ਮੇਰੇ ਬਜ਼ੁਰਗ ਦੀ ਇਮਿਊਨਿਟੀ ਘੱਟ ਹੈ, ਮੈਂ ਬਚ ਗਿਆ ਤੇ ਉਹਨੂੰ ਨੁਕਸਾਨ ਹੋ ਗਿਆ, ਫਿਰ ਵੀ ਤਾਂ ਮੈਂ ਗਵਾ ਹੀ ਲਿਆ ਨਾ। ਸੋ ਸਾਨੂੰ ਸਾਰਿਆਂ ਨੂੰ ਇਹੀ ਸਲਾਹ ਹੈ ਔਰ ਬੇਨਤੀ ਹੈ ਕਿ ਭਾਈ ਆਪਣੇ ਆਪ ਨੂੰ ਕਨਫਾਈਨਡ ਇਨ ਹੋਮਸ ਆਪਣੇ ਅੰਦਰ ਰੱਖੋ, ਥੋੜ੍ਹਾ ਸਰਵਰ ਕਰੋ, ਸਬਰ ਦਾ ਫਲ ਮਿੱਠਾ ਹੁੰਦਾ। ਜੀ ਬਿਲਕੁਲ ਸਹੀ ਗੱਲ ਹੈ ਡਾਕਟਰ ਐਸ.ਸੀ. ਸ਼ਰਮਾ ਜੀ ਦੀ ਕਿ ਘਰ ਦੇ ਵਿੱਚ ਰਹੋ ਅਤੇ ਸੁਰੱਖਿਅਤ ਰਹੋ, ਸਬਰ ਰੱਖੋ। ਜਦ ਤੱਕ ਪ੍ਰਸ਼ਾਸਨ ਨਹੀਂ ਕਹਿੰਦਾ ਤਦ ਤੱਕ ਤੁਸੀਂ ਘਰ ਦੇ ਵਿੱਚ ਬੈਠੇ ਰਹੋ, ਥੋੜ੍ਹਾ ਟਿਕ ਕੇ ਬੈਠੋਗੇ ਅਤੇ ਇਸ ਕਰੋਨਾ ਦੀ ਚੈਨ ਨੂੰ ਤੋੜਿਆ ਜਾ ਸਕਦਾ। ਕਿਉਂਕਿ ਲਗਾਤਾਰ ਜਲੰਧਰ ਦੇ ਵਿੱਚ ਕਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਨੇ। ਕਿਉਂਕਿ ਹੁਣ ਜਿਸ ਵੇਲੇ ਵੀ ਨਵਾਂ ਦਿਨ ਚੜ੍ਹਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਕਿ ਅੱਜ ਕਿੰਨੇ ਮਾਮਲੇ ਨਵੇਂ ਸਾਹਮਣੇ ਆਏ ਨੇ, ਪਰ ਜੇ ਅਸੀਂ ਸਾਰੇ ਘਰ ਦੇ ਵਿੱਚ ਟਿਕ ਕੇ ਥੋੜ੍ਹੀ ਦੇਰ ਬੈਠ ਜਾਵਾਂਗੇ, ਥੋੜ੍ਹਾ ਸਮਾਂ ਟਿਕ ਕੇ ਬੈਠ ਜਾਵਾਂਗੇ ਤਾਂ ਕਰੋਨਾ ਦੀ ਚੈਨ ਨੂੰ ਤੋੜਿਆ ਜਾ ਸਕਦਾ ਹੈ। ਇਸ ਲਈ ਘਰ ਦੇ ਵਿੱਚ ਰਹੋ, ਸੇਫ ਰਹੋ। ਕੈਮਰਾਮੈਨ ਜਵੇਸ਼ ਦੇ ਨਾਲ ਜਤਿੰਦਰ ਸ਼ਰਮਾ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।